राखो राखनार दयाला नानक करके गोले जी। राखो राखनार दयाला नानक करके गोले। करके गोले जी नानक करके गोले जी। करके गोले जी नानक करके गोले जी। नानक करके करके गोले जी। गोले जी नानक नानक करके गोले। नानक करके गोले जी। नानक करके गोले जी। करके गोले जी। नानक करके गोले जी। नानक करके राखो राखनार दयाला नानक करके। राखो राखनार दयाला नानक करके गोले। राखो राखण तुम्हारी शरण तुम्हारी आसा। तुम्हें सज्जन सहेले। रखो रखनहार दयाला नानक करके बोले। परम सत्कारयोग गुरां की साजी नवाजी साध संगत जी। ਅੰਮ੍ਰਿਤ ਵੇਲੇ ਦਾ ਸਮਾਂ। ਰੱਬੀ ਬਾਣੀ ਤੁਰਕੀ ਬਾਣੀ ਪਾਪ ਨਾਸ਼ ਕਰਤੇ ਸ਼ਾਂਤਦਾਇਕ ਗੁਰਬਾਣੀ ਦਾ ਜਪਾ ਜਾਪ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਰੋਜ਼ਾਨਾ ਦੀ ਤਰ੍ਹਾਂ ਅਪਰਪਾਰ ਸਤਿਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ। ਕਾਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਆਪ ਤਰੈ ਸਗਲੇ ਕੁਲ ਤਾਰੈ ਹਦਰ ਗੈ ਪਤ ਸਿਉ ਜਾਏਂਦਾ। ਉਸ ਗੁਰੂ ਦੀ ਕਿਰਪਾ ਹੋਈ ਹੈ ਜਿਸ ਗੁਰੂ ਨੇ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਹੈ, ਮਿਹਰ ਦੀ ਦ੍ਰਿਸ਼ਟੀ ਕੀਤੀ ਹੈ। ਕਿਉਂਕਿ ਗੁਰਬਾਣੀ ਅੰਦਰ ਸਾਹਿਬ ਜੀ ਫਰਮਾਨ ਕਰਦੇ ਹਨ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਇਸ ਕਰਕੇ ਗੁਰੂ ਦੇ ਸਪੂਤ ਬਣਨ ਵਾਸਤੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਅੰਮ੍ਰਿਤ ਵੇਲੇ ਗੁਰੂ ਜੀ ਨੇ ਮਿਹਰਾਂ ਦੇ ਖਜ਼ਾਨੇ ਵਿੱਚੋਂ ਭਰੇ ਖਜ਼ਾਨੇ ਸਾਹਿਬ ਦੇ ਤੋਂ ਨੀਵਾਂ ਹੋ ਕੇ ਲੁੱਟ ਜੋ ਗੁਰੂ ਦੇ ਸਿੱਖ ਦਾ ਅਸਲੀ ਮਨੋਰਥ ਹੈ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਧਿਆਨ ਕਰਨਾ, ਸਭਾ ਸਰੂਪ
ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨਾ, ਅਰਦਾਸ ਬੇਨਤੀ ਕਰਨੀ ਗੁਰੂ ਦੇ ਚਰਨਾਂ ਵਿੱਚ ਸਿੱਖ ਦਾ ਮੁੱਢਲਾ ਫਰਜ਼ ਹੈ। ਤੇ ਉਸ ਫਰਜ਼ ਨੂੰ ਜਾਣਦਿਆਂ ਹੋਇਆਂ ਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੰਮ੍ਰਿਤ ਵੇਲੇ ਮਹਾਂਪੁਰਖਾਂ ਦੇ ਤਪ ਸਥਾਨ ਦੇ ਉੱਤੇ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਮਹਾਂਪੁਰਖ, ਜਿਨ੍ਹਾਂ ਨੇ ਜ਼ਿੰਦਗੀ ਦੇ 85 ਸਾਲ ਪਰਮਾਤਮਾ ਦੇ ਲੇਖੇ ਲਾ ਦਿੱਤੇ, ਫਿਰ ਕੁਝ ਨਾ ਕੁਝ ਜਾ ਕੇ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਨਹੀਂ ਵੀ ਨਕਲ ਕਰ ਲਈ, ਉਹ ਜਿਹਾ ਕੀਰਤਨ ਕਰ ਲਿਆ, ਉਹ ਜਿਹਾ ਝੁੱਗਾ ਪਾ ਲਿਆ। ਇਹ ਸੌਖੀ ਹੈ, ਪਰ ਕਮਾਈ ਕਰਨੀ ਔਖੀ ਹੈ। ਝੂਠ ਤੂਫਾਨ ਬੋਲਣਾ ਸੌਖਾ ਹੈ, ਪਰ ਸੱਚ ਬੋਲਣਾ ਔਖਾ ਹੈ। ਸੱਚ ਤਾਂ ਇਹਨਾਂ ਟਿੱਬਿਆਂ ਦੇ ਵਿੱਚ ਬੈਠ ਕੇ ਬੋਲਿਆ ਜਾਊਗਾ, ਪਤਾ ਲੱਗੂ ਜਦੋਂ 12 ਸਾਲ ਲੰਘੇ ਉੱਪਰ ਦੀ। ਭੁੱਖ ਵੀ ਆਈ, ਤਰੇ ਵੀ ਆਈ, ਗਰਮੀ ਵੀ ਆਈ, ਸਰਦੀ ਵੀ ਆਈ। ਫਿਰ ਕਿਤੇ ਨਾ ਜਾ ਕੇ ਉਸ ਪਰਮਾਤਮਾ ਦੇ ਦਰ ਉੱਤੇ ਕਬੂਲ ਹੁੰਦਾ। ਫਿਰ ਕਹਿੰਦੇ ਨੇ ਦਾਸ ਕਬੀਰ ਚੜ੍ਹਿਓ ਗੜ੍ਹ ਉੱਪਰ ਰਾਜ ਲਿਓ ਵਿਨਾਸੀ। ਆਓ ਜੋ ਆਪਣਾ ਇਤਿਹਾਸ ਲੜੀਵਾਰ ਚੱਲ ਰਿਹਾ ਹੈ। 26 ਨਵੰਬਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਮਈ ਦਾ ਜਿਹੜਾ ਇਹ ਦਿਹਾੜਾ ਹੈ, ਜੇਠ ਦਾ ਮਹੀਨਾ ਚੱਲ ਰਿਹਾ। ਇਸ ਜੇਠ ਦੇ ਮਹੀਨੇ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਦਿਨ ਨੇ। ਉਹਨਾਂ ਦੇ ਸ਼ਹਾਦਤ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਕਿਤੇ ਸੁਖਮਨੀ ਸਾਹਿਬ ਦੇ ਪਾਠ, ਕਿਤੇ ਜਪਜੀ ਸਾਹਿਬ ਦੇ ਪਾਠ, ਕਿਤੇ ਅਖੰਡ ਪਾਠਾਂ ਦੀ ਨਿਰੰਤਰ ਲੜੀ ਚੱਲ ਰਹੀ ਹੈ। ਕਿਉਂਕਿ ਗੁਰੂ ਜੀ ਨੇ ਸਿਖਾਇਆ ਹੀ ਇਹੋ ਹੈ, ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏਂਦਾ। ਤੇਰਾ ਭਾਣਾ ਮੀਠਾ ਲਾਗੈ, ਹਰਿਨਾਮ ਪਦਾਰਥ ਨਾਨਕ ਮੰਗੈ। ਗੁਰੂ ਜੀ ਨੇ ਤਵੀ ਉੱਤੇ ਬੈਠ ਕੇ ਵੀ ਕਹਿ ਦਿੱਤਾ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ ਕਰਨੀ ਦਸੀਏ, ਸਬਰ ਦੀ ਜੰਗ ਤੈਨੂੰ ਆਸ਼ਕ ਕਿਸੇ ਨੇ ਚਾਂਦਨੀ ਚੌਂਕ ਕੇ ਅੰਦਰ ਮਰ ਕੇ ਜਾਉਣ ਦਾ ਦੱਸਿਆ ਹੈ ਢੰਗ ਤੈਨੂੰ। ਮਸਤੀ ਲੱਥੀ ਨਾ ਤੇਰੀ ਪਰਵਾਨਿਆ, ਉਹ ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ। ਜਿਉਂ ਜਿਉਂ ਸੜੇ ਤੂੰ ਭੱਠੀ ਦੇ ਵਿੱਚ ਪੈ ਪੈ, ਤਿਉਂ ਤਿਉਂ ਚੜ੍ਹੇ ਪਰਵਾਨਿਆ ਰੰਗ ਤੈਨੂੰ। ਇਸ ਕਰਕੇ ਉਸ ਗੁਰੂ ਜੀ ਨੇ ਤਵੀਆਂ ਉੱਤੇ ਬੈਠ ਕੇ ਵੀ ਪਰਮਾਤਮਾ ਦਾ ਭਜਨ ਕਰਿਆ। ਸਿੱਖਾ ਭਾਵੇਂ ਦੁੱਖ ਹੈ, ਫਿਰ ਵੀ ਰੱਬ ਦਾ ਸਿਮਰਨਾ ਛੱਡੀ। ਭਾਵੇਂ ਤੇਰੇ ਕੋਲ ਸੁੱਖ ਦੀਆਂ ਘੜੀਆਂ ਨੇ, ਫਿਰ ਵੀ ਤੂੰ ਪਰਮਾਤਮਾ ਦਾ ਨਾਮ ਚੇਤੇ ਰੱਖੀ। ਅੱਜ ਬਾਬਾ ਆਦਮ ਭਾਵੇਂ ਘਰ ਵਿੱਚ ਰਹਿੰਦਾ ਦੁਖੀ ਸੀ ਜ਼ਰੂਰ, ਕਿਉਂਕਿ ਵਿਦਵਾਨ ਨੇ ਲਿਖਿਆ, ਜਿਸ ਘਰ ਦੀਵਾ ਨਾ ਵਲੇ ਨਾ ਘਰ ਖੇਡੇ ਬਾਲ, ਉਸ ਘਰ ਕਰ ਕਾ ਦੰਜਨਾ ਜਵਾਬ ਦੰਜਿਆ ਕਰਤਾਰ। ਬਾਬਾ ਆਦਮ ਫਿਰ ਪਹੁੰਚਿਆ। ਕੱਲ੍ਹ ਆਪ ਜੀ ਸਰਵਣ ਕਰ ਰਹੇ ਸੀ, ਗੁਰੂ ਜੀ ਪੁੱਛਦੇ ਨੇ, ਬਾਬਾ ਆਦਮ ਸੇਵਾ ਕਰਦਾ ਉਹਨੇ? ਹਾਂ ਸੱਚੇ ਪਾਤਸ਼ਾਹ। ਕਿੱਥੇ? ਸੱਚੇ ਪਾਤਸ਼ਾਹ ਜਿੱਥੇ ਤੁਹਾਡਾ ਹੁਕਮ ਹੈ ਉੱਥੇ ਮੈਂ ਸੇਵਾ ਕਰ ਲੈਂਦਾ। ਨਾਲੇ ਬਾਬੇ ਆਦਮ ਨੇ ਹੱਥ ਬੰਨ੍ਹ ਲਏ ਗੁਰੂ ਜੀ ਅੱਗੇ, ਨਾਲੇ ਪਿਆਰ ਵਿੱਚ ਆ ਕੇ ਕਹਿੰਦਾ, ਸੱਚਾ ਪਾਤਸ਼ਾਹ ਕਰੀਏ ਜੀ ਤੇਰੀ ਸੇਵਾ, ਜੇ ਆਪ ਕਰਾਵੇਂ ਤੋ। ਕਰੀਏ ਤੇਰੀ ਸੇਵਾ, ਆਪ ਕਰਾਵੇਂ ਤੋ। करिए तेरी सेवा जे आप करावे तो।
करिए जी तेरी सेवा आप करावें तो, करिए तेरी सेवा जे आप करावें तो। ਬਾਬਾ ਆਦਮ ਹੁਣ ਗੁਰੂ ਜੀ ਦੀ ਨਿਗਾਹ ਹੈ, ਗੁਰੂ ਜੀ ਦੇਖਦੇ ਨੇ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਮਿਆਰ ਗੁਰੂ। ਸਿੱਖ ਘੜਾ ਕੜ ਕੜ ਕੱਢੇ ਖੋਟ, ਥੱਲੇ ਰੱਖੇ ਹੱਥ ਤੇ ਉੱਤੋਂ ਮਾਰੇ ਚੋਟ। ਬਾਬਾ ਆਦਮ ਸੇਵਾ ਕਰਦਾ ਹੈ, ਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਮੱਥਾ ਟੇਕ ਜਾਂਦਾ ਹੈ, ਕੀਰਤਨ ਸੁਣਦਾ ਹੈ, ਕਥਾ ਸੁਣਦਾ ਹੈ। ਪਰ ਘਰ ਵਾਲੀ ਬੀਬੀ ਫੇਰ ਕਹਿੰਦੀ ਆ, ਜਦੋਂ ਗੁਰੂ ਜੀ ਪੁੱਛਦੇ ਨੇ ਤੂੰ ਕਹਿ ਦਿਆ ਕਰ ਵੀ ਇੱਕ ਪੁੱਤਰ ਦੀ ਦਾਤ ਦੇ ਦਿਓ। ਕਹਿੰਦਾ ਔਰ ਜਦੋਂ ਗੁਰੂ ਜੀ ਨੇ ਕਹਿ ਹੀ ਦਿੱਤਾ ਤੇਰੇ ਕਰਮਾਂ 'ਚ ਪੁੱਤਰ ਲਿਖਿਆ ਹੀ ਨਹੀਂ, ਮੈਂ ਕਿਵੇਂ ਕਹਿ ਦਿਆਂ। ਬਾਬਾ ਆਦਮ ਸਿੱਖਾਂ ਨੇ ਕਿਹਾ ਤੈਨੂੰ ਗੁਰੂ ਨੇ ਇਹ ਕਹਿ ਦਿੱਤਾ ਵੀ ਤੇਰੇ ਕਰਮਾਂ 'ਚ ਪੁੱਤਰ ਲਿਖਿਆ ਨਹੀਂ? ਹਾਂ ਮੈਨੂੰ ਇਹ ਗੱਲ ਕਹਿ ਦਿੱਤੀ। ਫਿਰ ਤੂੰ ਕਹਿ ਦੇਣਾ ਸੀ ਗੁਰੂ ਸਾਹਿਬ ਨੂੰ, ਜੇ ਉੱਥੇ ਨਹੀਂ ਲਿਖਿਆ ਤਾਂ ਇੱਥੇ ਲਿਖ ਦਿਓ, ਤੁਹਾਡੇ ਹੱਥ ਵਿੱਚ ਸਭ ਕੁਝ ਹੈ। ਬਾਬਾ ਆਦਮ ਕਹਿੰਦਾ ਮੈਂ ਕਹਾਂ ਕਿਵੇਂ? ਤੂੰ ਗੁਰੂ ਸਾਹਿਬ ਕੋਲ ਜਾ ਤਾਂ ਸੀ ਬਾਬਾ ਆਦਮ, ਜਦੋਂ ਤੈਨੂੰ ਗੁਰੂ ਸਾਹਿਬ ਨੇ ਕਿਹਾ ਨਾ ਅਸੀਂ ਤਾਂ ਉੱਥੇ ਲਿਖਣਾ ਭੁੱਲ ਗਏ, ਤੇ ਤੂੰ ਕਲਮ ਦਬਾਤ ਅੱਗੇ ਕਰਦੀ। ਤੂੰ ਕਹਿ ਦੀ ਗੁਰੂ ਜੀ ਉੱਥੇ ਵੀ ਲਿਖਣ ਵਾਲੇ ਤੁਸੀਂ ਹੋ, ਇੱਥੇ ਵੀ ਲਿਖਣ ਵਾਲੇ ਤੁਸੀਂ ਹੋ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਕਲਮ ਵੀ ਧੰਨ ਹੈ, ਉਹ ਸ਼ਾਹੀ ਵਾਲਾ ਭਾਂਡਾ ਵੀ ਧੰਨ ਹੈ। ਅੱਜ ਤਾਂ ਜੇ ਕਿਸੇ ਗਾਉਣ ਵਾਲੇ ਨੇ 2 ਅੱਖਰ ਜੇ ਲਿਖਤੇ ਤਾਂ ਉਹਨੂੰ ਵੀ ਇਹੀ ਕੁਝ ਕਹੀ, ਇਹ ਧੰਨ ਹੈ ਜੀ ਲਿਖਣ ਵਾਲਾ, ਇਹਦੀ ਕਲਮ ਵਿੱਚ ਬੜਾ ਕੁਝ ਹੈ ਜੀ। ਪਰ ਇੱਕ ਪਾਸੇ ਮਰ ਜੀਵੜਿਆਂ ਦਾ ਅਸਥਾਨ ਹੈ, ਜਿਨ੍ਹਾਂ ਨੇ ਬੇਰ ਖਾ ਕੇ ਨਾ ਕੱਚੇ 4 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖਤੇ। ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਨੂੰ ਭੁੱਲ ਗਏ ਅਸੀਂ ਅੱਜ। ਕੌਮਾਂ ਆਪਣਿਆਂ ਨੂੰ ਭੁੱਲਦਿਆਂ ਜਾਂਦੀਆਂ ਨੇ, ਜਿਹੜੇ ਕੱਚ ਪਿੱਲ ਗੰਦ ਪਿੱਲ ਬੋਲਦੇ ਨੇ ਉਹਨਾਂ ਨੂੰ ਚੱਕ ਕੇ ਸਮਾਨ ਤੇ। ਸਾਡੇ ਬਾਬੇ ਬੂਬਣੇ, ਸਾਡੇ ਸਾਧ ਵੀ ਦੇਖ ਲਓ, ਜਿਹੜਾ ਕੋਈ ਗੁਰਬਾਣੀ ਪੜ੍ਹਨ ਵਾਲਾ ਹੈ, ਕਥਾ ਕੀਰਤਨ ਕਰਨ ਵਾਲਾ ਹੈ, ਉਹਦੇ ਕੰਨੀ ਨਹੀਂ ਕੋਈ ਖਿਆਲ ਹੈ। ਇੱਕਾ ਨਿੱਕਾ ਜਿਹਾ ਜਵਾਕ ਹੈ, ਕੁੜੀ ਹੈ ਨਿੱਕੀ ਜੀ, ਉਹਨੇ ਪਤਾ ਨਹੀਂ ਕਿਹੜਾ 10ਮ ਗ੍ਰੰਥ ਉਚਾਰ ਦਿੱਤਾ, ਕਿਹੜਾ ਸੂਰਜ ਪ੍ਰਕਾਸ਼ ਉਚਾਰ ਦਿੱਤਾ। ਇੱਕ ਬਾਬਾ ਇੱਧਰੋਂ, ਉਹਨੇ ਦੇਖ ਲਓ ਉਹਦਾ ਘਰ ਵੀ ਬਣਾਤਾ ਨਵਾਂ ਘਰ, ਵੀ ਤੂੰ ਵਧੀਆ ਸ਼ਟਾਰ ਬਣ, ਇਸ ਪਾਸੇ ਨੂੰ ਨਰਕਾਂ ਵਾਲੇ ਪਾਸੇ ਨੂੰ ਡਿੱਗ, ਤੈਨੂੰ ਘਰ ਬਣਾ ਕੇ ਦੇਵਾਂਗੇ। ਮੰਨ ਲੈਂਦੇ ਜੇ ਅਗਰ ਉਹ ਪਾਠ ਜਪਜੀ ਸਾਹਿਬ ਦਾ ਕਰਦੀ, ਮੰਨ ਲੈਂਦੇ ਜੇ ਉਹ ਕਥਾ ਕੀਰਤਨ ਕਰਦੀ, ਮੰਨ ਲੈਂਦੇ ਜੇ ਗੁਰਬਾਣੀ ਦੀ ਵਿਚਾਰ ਕਰਕੇ ਸੁਣਾਉਂਦੀ, ਕਹਿ ਦਿੰਦੇ ਵੀ ਠੀਕ ਹੈ ਹੱਕਦਾਰ ਹੈ। ਪਰ ਆ ਬਸ ਹਸਾਉਣ ਜਾਣੀਆਂ ਗੱਲਾਂ ਚੁਟਕਲੇ ਜੇ ਸੁਣਾਤੇ, ਉਹਨੂੰ ਵੇਖ ਕੇ ਖੁਸ਼ ਹੋ ਕੇ ਬਾਬਾ ਕਹਿੰਦਾ ਤੈਨੂੰ ਮਕਾਨ ਹੀ ਬਣਾ ਕੇ ਦੇ ਦੇਣਾ, ਨਵੀਂ ਕੋਠੀ। ਦੇਖ ਲਓ ਕਿੱਧਰ ਨੂੰ ਸਾਡੀ ਸਿੱਖੀ ਜਾ ਰਹੀ ਹੈ ਅੱਜ। ਹਾਂ ਜੇ ਬੱਚਾ ਚੰਗੇ ਪਾਸੇ ਲੱਗੇ ਉਹਨੂੰ ਬਣਾਓ, ਉਹਨੂੰ ਸੁਣਾਓ, ਹਰੀ ਸਿੰਘ ਜਰਨੈਲ ਜਿਹੇ ਜਾਂ ਜੁਗ ਜੁਗ ਜੰਮਣ, ਨਾ ਸੁਣ ਕੇ ਜਮਰੌਦ ਦੀਆਂ ਕੰਧਾਂ ਵੀ ਕੰਬਣ। ਛੋਟੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ, 7 ਸਾਲ ਤੇ 9 ਸਾਲ ਦੀ, ਨਿੱਕੀਆਂ ਨਿੱਕੀਆਂ ਜਿੰਦਾਂ ਨੇ, ਉਹਨਾਂ ਦੀ ਯਾਦ ਵਿੱਚ ਕੁਝ ਬਣਾਓ। ਮੰਨ ਲਾਂਗੇ
ਪਰ ਆ ਜਿਹੜੇ ਗਾਉਣ ਵਾਲੇ ਨਿੱਕੇ ਨਿੱਕੇ ਜਵਾਕ, ਉਹਦੇ ਵਿੱਚ ਕੋਈ ਵੀ ਸਿੱਖਿਆ ਵਾਲੀ ਗੱਲ ਨਹੀਂ, ਬਸ ਦੇਖ ਕੇ ਉਹਨਾਂ ਨੂੰ ਖੁਸ਼ ਹੋ ਗਏ 2-4 ਮਿੰਟ, ਅਤੇ ਕੌਮ ਦਾ ਪੈਸਾ ਬਾਬੇ ਨੇ ਉੱਧਰ ਨੂੰ ਝੋਕ ਦਿੱਤਾ। ਵੀ ਅੱਜ ਦੇਖੋ ਕਿਵੇਂ ਆ ਭਿਆਨਕ ਬਿਮਾਰੀ ਵਿੱਚ, ਸੰਕਟ ਦੇ ਵਿੱਚ ਦੀ ਦੁਨੀਆ ਲੰਘ ਰਹੀ ਹੈ। ਦੁਨੀਆ ਦੇ ਕੌਮ ਦੇ ਲੋਕ ਜਿਹੜੇ ਲੰਘ ਰਹੇ ਨੇ, ਲਾ ਗਰੀਬ ਤੋਂ ਲਾ ਅਮੀਰ ਤੱਕਰ ਸਾਰੇ ਭੁੱਖਮਾਰੀ ਨਾਲ ਬੈਠੇ ਨੇ ਘਰਾਂ ਵਿੱਚ, ਕੰਮ ਨਹੀਂ ਕਿਸੇ ਦਾ ਚੱਲਦਾ। ਇਸ ਪਾਸੇ ਨਹੀਂ ਖਿਆਲ, ਇਸ ਪਾਸੇ ਕਿਸੇ ਕਿਸੇ ਸੰਪਰਦਾ ਦਾ ਖਿਆਲ ਹੈ ਵੀ ਚਲੋ ਆਪਾਂ ਕਿਸੇ ਨੂੰ ਭੁੱਖੇ ਨੂੰ ਭੋਜਨ ਛਕਾ ਦਈਏ, ਉਹ ਕਿਸੇ ਦੇ ਤਨ ਉੱਤੇ ਬਸਤਰ ਪਾ ਦਈਏ, ਕਿਸੇ ਗਰੀਬ ਦਾ ਢੱਠਾ ਹੋਇਆ ਮਕਾਨ ਬਣਾ ਕੇ ਦੇ ਦਈਏ। ਪਰ ਉਹ ਜਿਹੜੇ ਜਿਨ੍ਹਾਂ ਨੂੰ ਗੁਰਮਤਿ ਬਾਰੇ ਕੋਈ ਸੋਝੀ ਨਹੀਂ ਹੈ, ਤੇ ਉਹਨਾਂ ਵਾਲੇ ਪਾਸੇ ਕਿਉਂ ਮਹਾਰਾਜ ਜੀ ਕਹਿਣ ਲੱਗੇ, ਇਹਨੂੰ ਕਹਿੰਦੇ ਨੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋ। ਹੁਣ ਬਾਬਾ ਆਦਮ ਪਹੁੰਚ ਗਿਆ, ਕਹਿੰਦੇ ਤੂੰ ਜਾ ਕੇ ਗੁਰੂ ਸਾਹਿਬ ਨੂੰ ਇਹ ਗੱਲ ਕਹਿ ਦੀ, ਸੱਚੇ ਪਾਤਸ਼ਾਹ ਕਿਹੜੀ? ਹੱਥ ਕਲਮ ਮਿਹਰ ਵਾਲੀ ਫੜ ਕੇ ਸਤਿਗੁਰ ਮੇਰਾ ਲੇਖ ਲਿਖਦਾ। ਹੱਥ ਕਲਮ ਮਿਹਰ ਵਾਲੀ ਫੜ ਕੇ ਸਤਿਗੁਰ ਮੇਰਾ ਲੇਖ ਲਿਖਦਾ। ਹੱਥ ਹੱਥ ਕਲਮ ਮਿਹਰ ਵਾਲੀ ਫੜ ਕੇ ਉਹ ਤਾਂ ਸਾਗਰਾਂ ਤੋਂ ਪਾਰ ਹੋ ਗਏ, ਸਾਗਰਾਂ ਤੋਂ ਪਾਰ ਹੋ ਗਏ। ਜਿਨ੍ਹਾਂ ਲੇਖ ਲਿਖਾਏ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ। ਜਿਨ੍ਹਾਂ ਲੇਖ ਲਿਖਾਏ ਖੜ ਕੇ ਸਾਗਰਾਂ ਤੋਂ ਪਾਰ ਹੋ ਗਏ। ਜਿਨ੍ਹਾਂ ਲੇਖ ਲਿਖਾਏ ਜਿਨ੍ਹਾਂ ਲੇਖ ਲਿਖਾਏ ਬਾਬਾ ਆਦਮ ਇਉਂ ਕਰ ਤੂੰ ਬਈ ਗੁਰੂ ਘਰ ਵਿੱਚ ਸੇਵਾ ਕਰਦਾ? ਹਾਂ ਮਹਾਰਾਜ ਸੇਵਾ ਕਰਦਾ, ਭਾਂਡੇ ਵੀ ਮਾਂਜਦਾ, ਝਾੜੂ ਵੀ ਮਾਰਦਾ। ਚੰਗਾ ਸੇਵਾ ਥੋੜ੍ਹੀ ਜਿਹੀ ਹੋਰ ਵਧਾ ਦੇ। ਹੁਣ 2 ਭਰੀਆਂ ਲੱਕੜਾਂ ਦੀਆਂ ਲਿਆਉਂਦਾ ਬਾਬਾ ਆਦਮ, ਇੱਕ ਲਿਆ ਕੇ ਗੁਰੂ ਕੇ ਲੰਗਰ ਵਿੱਚ ਪਾ ਦਿੰਦਾ ਤੇ ਇੱਕ ਜਮ੍ਹਾਂ ਕਰ ਲੈਂਦਾ। ਉਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਮਕਾਨ ਘੱਟ ਬਣੇ ਹੋਏ ਸੀ, ਸੰਗਤ ਬਹੁਤੀ ਜੁੜਦੀ ਹੈ, ਤੇ ਬਾਬਾ ਆਦਮ ਕਾਫੀ ਲੱਕੜਾਂ ਜਮ੍ਹਾਂ ਹੋ ਗਈਆਂ, ਇੱਕ ਭਰੀ ਲੰਗਰ ਵਿੱਚ ਪਾ ਦਿੰਦਾ, ਭੋਜਨ ਛਕ ਲੈਂਦਾ। ਇੱਕ ਦਿਨ ਮਹਾਰਾਜ ਦੇ ਚਰਨਾਂ ਵਿੱਚ ਬੈਠਾ ਗੁਰੂ ਰਾਮਦਾਸ ਚੌਥੇ ਗੁਰੂ ਨਾਨਕ ਨੇ ਆਵਾਜ਼ ਮਾਰੀ, ਓ ਬਾਬਾ ਆਦਮ ਕੁਝ ਮੰਗ ਲੈ, ਜਾ ਮੈਂ ਤੇਰੇ ਉੱਤੇ ਬਹੁਤਾ ਖੁਸ਼ ਹਾਂ। ਬਾਬਾ ਆਦਮ ਕਹਿਣ ਲੱਗਿਆ, ਸੱਚੇ ਪਾਤਸ਼ਾਹ ਤੂੰ ਜਾਣੀ ਜਾਣ, ਹੁਣ ਨਹੀਂ ਮੈਂ ਕੁਝ ਮੰਗਦਾ। ਹੁਣ ਤੈਨੂੰ ਪਤਾ ਹੈ ਜੋ ਕੁਝ ਮੈਨੂੰ ਚਾਹੀਦਾ। ਭੁੱਚੋ ਮੰਡੀ ਦੇ ਵਿੱਚ ਮੇਰਾ ਘਰ ਹੈ, ਉਸ ਘਰ ਨੂੰ ਜਿੰਦਰਾ ਲੱਗਿਆ ਹੋਇਆ। ਹੁਣ ਉਹ ਜਿੰਦਰਾ ਮੈਂ ਨਹੀਂ ਖੋਲ੍ਹਦਾ, ਜਾ ਕੇ ਉਸ ਜਿੰਦਰਾ ਖੋਲ੍ਹਣ ਵਾਸਤੇ ਕੋਈ ਪੁੱਤਰ ਦੀ ਦਾਤ ਦੇ ਦਿਓ, ਮੈਂ ਨਹੀਂ ਖੋਲ੍ਹਦਾ ਜਾ ਕੇ। ਤੇ ਧੰਨ ਬਾਬੇ ਆਦਮ ਦੀ ਇਹ ਗਾਥਾ ਸੁਣ ਕੇ ਜਦੋਂ ਕਿਹਾ ਬਾਬਾ ਆਦਮ ਕੁਝ ਮੰਗ ਲੈ, ਘਰ ਵਾਲੀ ਬੀਬੀ ਕਹਿਣ ਲੱਗੀ, ਕਹਿ ਦੇ ਛੇਤੀ ਦੇਣੇ, ਹੁਣ ਦਿਆਲੂ ਨੇ, ਦਿਆਲਤਾ ਦੇ ਘਰ ਦੇ ਵਿੱਚ ਆਏ ਹੋਏ ਨੇ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬਾਬਾ ਆਦਮ ਸੱਚੇ ਪਾਤਸ਼ਾਹ ਹੁਣ ਮੈਂ ਕਹਾਂ ਕਿ ਦੱਸਣ ਦੀ ਲੋੜ ਤਾਂ ਉੱਥੇ ਹੁੰਦੀ ਹੈ ਜਿੱਥੇ ਕੋਈ ਅਣਜਾਣ ਡਾਕਟਰ ਹੋਵੇ, ਅਣਜਾਣ ਵੈਦ ਹੋਵੇ।
इत्थे तां सब कुछ घट घट के अंतर की जानत भले बुरे की पीर पछानत। इत्थे तां सब कुछ पता है। जदों महाराज जी ने फेर आवाज मारी, घर वाली बीबी ने इशारा करे, छेती कर उठ खड़। बाबे आदम ने अपना दाड़ा हत्थ विच फड़ लिया। बड़ा बड़ा दाड़ा सी, चिट्टे रंग दा। फड़ के कहा, देख मेरा दाड़ा चिट्टा होया पिया। ओ कोई नहीं, तू कह सही गुरु नूं, गुरु जी जानी जान ने आपे समझाणगे। बाबा आदम कहंदा, कहा कि ओ लिया शर्म ने घेर देख। लोक लाज, बेद लाज, कुल लाज। घर वाली बीबी कहती की, हो लिया शर्म ने घेर देख कर चिट्टी दाड़ी। लिया शर्म ने घेर देख कर चिट्टी दाड़ी। हो जे मैं मंगिया पुत सूगी संगत सारी। जे मैं मंगिया पुत सूगी संगत सारी। गया पुत धन बाबे आदम ने कहा, जदों मैं कहा ना गुरु जी नूं पुत्र दी दात दे दिओ, फिर महाराज जी कहणगे बाबा आदम ओ तेरा दाड़ा तां चिट्टा, 60 साल दी उम्र होई पई है। चलो खैर जानी जान सतगुरु जी अज मींह बड़ा पिया, जगह घट होण करके कठ बहुता सी संगत दा, ठंड बड़ी जोरां ते पैंदी है। तन बाबे आदम नूं आके गुरसिखां ने आख्या, बाबा आदम अज तेरी झोली भरजू, अज गुरु दे चरणां विच अरदास कर दिओ। कहंदा रोज़ अरदासां करदा मैं गुरु दे चरणां विच, एक नहीं दो नहीं, रोज़ ही अरदासां करदा मैं। तां चंगा अज कर फिर बाबा आदम इउं कर, दो दो भरियां सुट के ना थां थां ते थोड़ी थोड़ी दूर उत्ते धूइयां पा दे। दो भरियां सुट दिया कर, अग ला दिया कर, दो भरियां सुट दिया कर, अग ला दिया कर। ठंड बहुती है, संगत इशनान करके आउंदी है, ते इस संगत की अरदास दे विच तेरी जिहड़ी झोली है ना, गुरु रामदास महाराज ने भर देनी है। सचमुच बाबे आदम ने उस तरह करया, दो भरियां रख दिंदा, मोटियां लकड़ां दी अग ला दिंदा। उस धूई दे उत्ते 10 शरीर खड़े ने, संगतां दे रूप दे विच हथ सेक रहे ने। ठंड बहुती है, सेकी जांदे ने खड़े। 10 अगली धूई ते खड़े ने, 20 अगली धूई ते, 15 अगली धूई ते, इस तरह खड़े ने। जदों ठंड दूर हो गई ना उन्हां दी, उन्हां ने कहा, सच्चे पातशाह जिस सिख ने सेवा करी है दी अरदास है ना जिहड़ी वो मंजूर कर लै। यही अरदास कराउंदे हुंदे महापुरख बाबा नारायण सिंह जी मोनी। सच्चे पातशाह इस सिख दी जो भी मनोकामना वो पूरी कर दे, बिच संगत हर प्रभ बसै जीओ। कहंदे हुंदे महापुरख रब दे फकीर, क्योंकि फकीरां दी संगत, एक संगत फकीरां दी हुंदी है, एक उन्हां दी हुंदी है जिहड़ियां 2-2 रुपये दीयां किताबां पढ़न वाले हुंदे ने, प्रोफैसर साहब। एक किसे रंग रतड़े की संगत होंदी है, संत बाबा अतर सिंह जी मस्तूआणा साहब वाले महापुरखां दी
संत बाबा नारायण सिंह जी मोनी महापुरखों की संगत, उन्हां दी संगत विच ओहे जी रंगत लगूगी, प्रोफैसरां दी संगत विच ओहे जा रंग लगूगा। पर रब दे फकीर नाम जपण वाले कहते हुंदे भाई, जिवें गुरु अर्जन देव महाराज ने कहता मेरी संगत वड्डी है, जिहड़ा कुछ मेरी संगत कह दूँ मैनू तां ओह मंजूर है। ते इसे गल नूं कहंदे हुंदे महापुरख बाबा नारायण सिंह मोनी जी, बिच संगतां दे वसदा हर जी मेरा प्यारा मेरा, बिच संगतां दे वसदा हर जी मेरा प्यारा मेरा। महाराज जी कहते बिच संगत हर प्रभ बसै जी, संगत दे विच परमात्मा दा वासा है। संगत अरदास करदे वे मिल के जुड़ के ते फिर गुरु अरदास मंजूर करदा है। बाबे आदम नूं कोल बुला लिया गुरु रामदास महाराज जी ने, पहला आप जाके मत्था टेकदा ते अरदास करनी एक पुत्र दी दात दे दिओ। ते अज गुरु रामदास महाराज जी ने बाबे आदम नूं घुट के अपनी छाती नाल ला के आख्या, बाबा आदम ओ मैं तेरी सेवा ते बहुता खुश हाँ। ते साडे घर दे विच 4 साहिबजादियां ने जन्म लैना सी ते 3 पुत्र साडे है। बड़ा पिरथी चंद बाबा पिरथी चंद जी, छोटे महादेव जी सब तो छोटे ने गुरु अर्जन देव महाराज सच्चे पातशाह। ते चौथे पुत्र ने जन्म लैना सी, ओ पुत्र हुण असीं गुरु दी संगत दी अरदास दा सदका तेरे घर भेजदे हैं। ओ जिहड़ा ना भगती दा अवतार होऊगा ओहदा नां रख दी भाई भगतू। ते तेरे घर दे विच जिहड़ा ना ओ गुरु दी किरपा दा सदका पुत्र दी दात हो जूगी, ओहदा नाम रखी भाई भगतू। बाबे आदम दा पुत्र भाई भगतू, जिहदे नां ते अज मालवे दी धरती विच भाई का भगता जिहड़ा ओ शहर बसिया होया, भाई भगतू दे नां ते भाई का भगता। ते धन गुरु रामदास महाराज ने घर दे विच पुत्र दी दात दे दित्ती। झोली भर के बाबा आदम मुड़िया गुरु दे चरणा विचों, फिर आके सारा जीवन भाई भगतू ने गुरु जी दे चरणा विच ला दिता। उहदे नां ते अज मोड़ी गढ़ पिंड। ते धन गुरु रामदास महाराज जी ने बाबे आदम दी सेवा दे उत्ते खुश हो के, महाराज जी कहंदे सेवा को दोए भले एक संत एक राम, राम जो दाता मुगत को संत जपावै नाम। गुरु दे चरणा विच बस हथ जोड़ के झोली अड्ड के मंग मंगिए सच्चे पातशाह मेरी झोली विच सेवा पा दे। गुरु जी किरपा करके झोली विच सेवा पा दिंदे ने, जिन्नी कि किसे तो सेवा लैनी है। जे मन विच होवे बई असीं तां सेवा करदे हां, फलाना बंदा तां करदा नहीं, महाराज जी कहंदे कि ਉਹ फिर सेवा निसफल हो जाती है। ये गुरु के चरणों में शुक्र कर, ये सेवा साडी झोली में पाई है, जिहड़ी ओहदी झोली में सेवा पाई है वो तो ले लेनी है। जिहड़ी साडी झोली में सेवा पाई है महाराज वो असीं कर देनी है। जिहड़ी सेवा किसी की होर झोली में पाएगा वो उन्ना को सेवा कर दूगा, फल उन्ना को नूं प्राप्त होगा। ये नहीं है भी साडी सेवा कीती दा फल किसी नूं होर प्राप्त हो जाए, नहीं। महाराज जी कहते एक तिल नहीं भन्नै घालै। गुरु के चरणों में जिहड़ा भी कोई तन करके मन करके सेवा करता है, गुरु जी उसकी मनोकामना पूरी कर देंदा है। अज भी करदा है, पहला तो करता आया है ते रहिंदे समय च करता रहूगा। मेरा गुरु नानक ऐसा दयालु कृपालु है। इस करके आओ
ਜਿਹੜਾ ਉਹ 26 ਮਈ ਗੁਰੂ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਆ ਜਿਹੜਾ ਕਰਫਿਊ ਡੌਕ ਲਾਉਣ ਕਰਕੇ ਉਹ ਜਿਹੜਾ ਸੰਗਤਾਂ ਨਹੀਂ, ਚਲੋ ਬਹੁਤੀਆਂ ਗੁਰੂ ਘਰਾਂ ਵਿੱਚ ਜਾਂਦੀਆਂ, ਇਕੱਠ 'ਤੇ ਪਾਬੰਦੀ ਲਾਈ ਹੈ ਸਰਕਾਰ ਦੀ, ਪਰ ਫਿਰ ਵੀ ਚਲੋ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਕੋਈ ਸੁਖਮਨੀ ਸਾਹਿਬ ਦਾ, ਕੋਈ ਜਪਜੀ ਸਾਹਿਬ ਦਾ, ਕੋਈ ਚੌਪਈ ਸਾਹਿਬ ਦਾ ਪਾਠ ਕਰਦੀਆਂ ਨੇ। ਭਾਈ ਆਪਾਂ ਉਸ ਗੁਰੂ ਜੀ ਨੂੰ ਚੇਤੇ ਕਰਕੇ ਜਿਹੜੇ ਜੇਠ ਦੇ ਮਹੀਨੇ ਦੇ ਵਿੱਚ ਤੱਤੀਆਂ ਤਵੀਆਂ ਉੱਤੇ ਬੈਠੇ ਉਹਨਾਂ ਗੁਰੂਆਂ ਨੂੰ ਚੇਤੇ ਕਰੀਏ, ਉਹਨਾਂ ਦੀਆਂ ਸ਼ਹਾਦਤਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰੀਏ। ਮੇਰੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗ ਜਾਵੇਗੀ। ਕਰਕੇ ਸਰਬ ਸੰਗਤਾਂ, ਕਿਉਂਕਿ ਸਮੇਂ ਵਿੱਚ ਤਬਦੀਲੀ, ਦਿਨ ਛੇਤੀ ਚੜ੍ਹ ਜਾਂਦਾ, ਤਾਂ ਕਰਕੇ ਤਕਰੀਬਨ ਫਿਰ ਸਬਕ 4 ਵਜੇ 4:20 ਤੇ ਕੀਰਤਨ ਸ਼ੁਰੂ ਕਰ ਦੇਣੇ ਹੈ ਅਤੇ ਇੱਥੇ ਜੇ ਆ ਕੇ ਫਿਰ ਸਮਾਪਤੀ ਕਰ ਦਿੰਦੇ ਹਾਂ। ਜਿਹਨਾਂ ਸੰਗਤਾਂ ਦੇ ਕਰਮਾਂ ਵਿੱਚ ਹੁੰਦਾ ਉਹ ਅਰਦਾਸ ਵਿੱਚ ਨਮਸਕਾਰਾਂ ਕਰਦੀਆਂ ਨੇ। ਪਹਿਲਾਂ ਵੀ ਆ ਕੇ ਸੰਗਤ ਵਾਹਵਾ ਨਮਸਕਾਰ ਕਰ ਕਰਕੇ ਮੁੜੀ ਜਾਂਦੀ ਹੈ। ਇਸ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੀ ਸਭ ਤੋਂ ਵੱਡੀ ਹੈ। ਜਿਹੜਾ ਤਨ ਕਰਕੇ, ਮਨ ਕਰਕੇ, ਧਨ ਕਰਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ, ਉਹਦੀ ਮਨੋਕਾਮਨਾ ਗੁਰੂ ਨਾਨਕ ਅੱਜ ਵੀ ਪੂਰੀ ਕਰਦੇ। ਰਾਮ ਕਲੀ ਮਹੱਲਾ ਤੀਜਾ। ਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ, ਸਭ ਨਾਗਲਾ ਸਮਰਤ ਸੁਆਮੀ ਸੋਖ ਮਨ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ, ਕਰ ਸ਼ਾਂਤ ਸੁਖ ਮਨੈ ਵਸਿਆ ਜਿਨੀ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਹਰਜ ਭਾਗਾ ਸ਼ਬਦ ਵਾਜੇ ਕਲਾਜਤ ਕਰਤਾਰੀਆ। ਤੁਧ ਕਰਮ ਪਾਇਆ ਤੁਜਨ ਕੋ ਸੇ ਨਾਮ ਮਰ ਕ ਲਾਗੇ, ਨੰਦ ਜਨੋ ਬੜ ਭਾਗਿਓ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣਤੇ ਬਨੀਤ ਕਹਤੇ ਬਵੇ ਸਤਿਗੁਰ ਆਪਰ ਪੂਰੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।